ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਸਿੱਖ ਧਰਮ ਦੇ ਪਹਿਲੇ 5 ਗੁਰੂਆਂ ਦੇ ਜੀਵਨ ਦੇ ਬਾਰੇ ਦੇ ਵਿੱਚ ਫੁੱਲ ਡਿਟੇਲ ਦੇ ਵਿੱਚ ਪੜਾਂਗੇ ਕਿ ਪਹਿਲੇ 5 ਗੁਰੂ ਕੌਣ ਸਨ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਹੜੇ-ਕਿਹੜੇ ਮਹੱਤਵਪੂਰਨ ਕੰਮ ਕੀਤੇ। ਤੇ ਪਹਿਲੇ 5 ਗੁਰੂਆਂ ਦੇ ਵਿੱਚ ਸਭ ਤੋਂ ਫਸਟ ਨੰਬਰ ਦੇ ਵਿੱਚ ਜਿਹੜੇ ਗੁਰੂ ਨੇ ਉਹ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਹੈ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ ਸੀ। ਇਹ ਤਾਂ ਆਪਾਂ ਸਭ ਕੁਝ ਜਾਣਦੇ ਹੀ ਹਾਂ। ਤੇ ਉਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਆਪਾਂ ਸੈਕਿੰਡ, ਥਰਡ, ਫੋਰਥ ਅਤੇ ਫਿਫਥ 5 ਗੁਰੂਆਂ ਦੇ ਬਾਰੇ ਇਸ ਵੀਡੀਓ ਦੇ ਵਿੱਚ ਫੁੱਲ ਡਿਟੇਲ ਦੇ ਵਿੱਚ ਪੜ੍ਹਨ ਜਾ ਰਹੇ ਹਾਂ। ਤੇ ਸ਼ੁਰੂ ਕਰ ਲੈਂਦੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ, ਜਿਨ੍ਹਾਂ ਦਾ ਜਨਮ ਹੋਇਆ ਸੀ 15 ਅਪ੍ਰੈਲ 1469 ਈਸਵੀ ਨੂੰ ਪਾਕਿਸਤਾਨ ਦੇ ਵਿੱਚ ਲਾਹੌਰ ਤੋਂ 65 ਕਿਲੋਮੀਟਰ ਦੀ ਦੂਰੀ ਦੇ ਵਿੱਚ ਹੋਇਆ ਸੀ। ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਵਿਖੇ ਹੋਇਆ। ਪਿਤਾ ਦਾ ਨਾਮ ਸੀ ਮਹਿਤਾ ਕਾਲੀਆ ਦਾਸ, ਜਿਨ੍ਹਾਂ ਨੂੰ ਮਹਿਤਾ ਕਾਲੂ ਦੇ ਨਾਲ ਜਾਣੇ ਜਾਂਦੇ ਸਨ। ਜਾਤੀ ਦੇ ਖੱਤਰੀ ਘਰਾਣੇ ਨਾਲ ਸੰਬੰਧ ਰੱਖਦੇ ਸਨ ਤੇ ਮੋਦੀ ਖਾਨੇ ਵਿੱਚ ਖਜ਼ਾਨਚੀ ਸਨ। ਬਚਪਨ ਤੋਂ ਹੀ ਮਾਨਸਿਕ ਰੂਪ ਵਿੱਚ ਕਾਫੀ ਵਿਕਸਿਤ ਸਨ ਅਤੇ 5 ਸਾਲ ਦੀ ਉਮਰ ਵਿੱਚ ਇਹਨਾਂ ਨੇ ਜੀਵਨ ਦੇ ਮਨੋਰਥ ਬਾਰੇ ਪ੍ਰਸ਼ਨ ਪੁੱਛਣੇ ਸ਼ੁਰੂ ਕਰ ਦਿੱਤੇ। ਮਤਲਬ ਸ਼੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿਣ ਵਾਲੇ ਗੁਰੂ ਸਨ ਤੇ ਇਹਨਾਂ ਨੇ 5 ਵਰ੍ਹਿਆਂ ਦੀ ਉਮਰ ਦੇ ਵਿੱਚ ਹੀ ਜੀਵਨ ਦਾ ਮਨੋਰਥ ਕੀ ਹੈ ਇਸੇ ਬਾਰੇ ਪ੍ਰਸ਼ਨ ਪੁੱਛਣੇ ਸ਼ੁਰੂ ਕਰ ਦਿੱਤੇ। 7 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਪੜ੍ਹਨ ਲਈ ਪੰਡਤ ਕੋਲ ਭੇਜਿਆ ਗਿਆ ਤੇ 2 ਸਾਲਾਂ ਮਗਰ ਇਹਨਾਂ ਨੂੰ ਮੁਸਲਮਾਨ ਅਧਿਆਪਕ ਮੌਲਵੀ ਕੋਲ ਉਰਦੂ ਅਤੇ ਫਾਰਸੀ, ਬਹੁਤ ਹੀ ਇੰਪੋਰਟੈਂਟ ਹੈ ਕਿ ਉਰਦੂ ਅਤੇ ਅਰਬੀ ਭਾਸ਼ਾ ਦੇ ਗਿਆਨ ਦੇ ਲਈ ਇਹਨਾਂ ਨੂੰ ਮੁਸਲਮਾਨ ਮੌਲਵੀ ਦੇ ਕੋਲ ਭੇਜਿਆ ਗਿਆ ਸੀ। ਤੇ ਉਹਨਾਂ ਨੇ ਗਿਆਨ ਅਤੇ ਰੱਬੀ ਨੂਰ ਨਾਲ ਭਰੀ ਆਪਣੀ ਕਵਿਤਾ ਰਚ ਕੇ ਆਪਣੇ ਗੁਰੂ ਨੂੰ ਹੈਰਾਨ ਕਰ ਦਿੱਤਾ ਸੀ। ਸਦਾ ਆਪਣੀ ਸੋਚ ਵਿੱਚ ਲੀਨ ਰਹਿੰਦੇ ਸਨ। ਇੱਕ ਦਿਨ ਉਹ ਪਸ਼ੂ ਚਰਾਉਣ ਗਏ ਤੇ ਪਸ਼ੂ ਕਿਸੇ ਖੇਤਾਂ ਦੇ ਵਿੱਚ ਜਾ ਬੜੇ। ਗੁੱਸੇ ਵਿੱਚ ਕਿਸਾਨ ਉਹਨਾਂ ਨੂੰ ਨਵਾਬ ਰਾਏ ਬੁਲਾਰ ਕੋਲ ਲੈ ਗਿਆ ਅਤੇ ਇਨਸਾਫ ਦੀ ਮੰਗ ਕਰਨ ਲੱਗਾ। ਰਾਏ ਬੁਲਾਰ ਨੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਆਪਣੇ ਬੰਦੇ ਭੇਜੇ। ਬੰਦਿਆਂ ਨੇ ਵਾਪਸ ਆ ਕੇ ਕਿਹਾ ਕਿ ਉੱਥੇ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ। ਤੇ ਇੱਕ ਵਾਰ ਉਹਨਾਂ ਦੇ ਪਿਤਾ ਨੇ ਇਹਨਾਂ ਨੂੰ ਵਪਾਰ ਕਰਨ ਦੇ ਲਈ ਕੁਝ ਪੈਸੇ ਦਿੱਤੇ ਤੇ ਇਹਨਾਂ ਨੇ ਕੀ ਕੀਤਾ, ਉਹ ਪੈਸੇ ਗਰੀਬਾਂ ਦੇ ਵਿੱਚ ਤੇ ਸਾਧੂ ਸੰਤਾਂ ਦੇ ਵਿੱਚ ਵੰਡ ਦਿੱਤੇ। ਤੇ ਇਸ 'ਤੇ ਆਪ ਦੇ ਪਿਤਾ ਕਾਫੀ ਹੈਰਾਨ ਹੋ ਗਏ ਸੀ। ਤੇ ਆਪ ਦਾ ਜਿਹੜਾ ਧਿਆਨ ਸੀ ਰੱਬ ਪ੍ਰਤੀ ਬਹੁਤ ਹੀ ਜ਼ਿਆਦਾ ਸੀ। ਆਪਣੇ ਮਾਤਾ ਪਿਤਾ ਲਈ ਬਹੁਤ ਚਿੰਤਾਜਨਕ ਇਹ ਚੀਜ਼ ਬਣ ਗਈ ਸੀ ਕਿ ਰੱਬ ਪ੍ਰਤੀ ਜ਼ਿਆਦਾ ਝੁਕਾਵ ਹੈ, ਦੁਨੀਆ ਪ੍ਰਤੀ ਨਹੀਂ ਹੈ। ਇਸ ਲਈ ਆਪਦੇ ਮਾਤਾ ਪਿਤਾ ਨੇ ਆਪਦੇ ਵਿਆਹ ਦੀ ਸੋਚੀ ਤੇ ਉਹਨਾਂ ਦਾ ਵਿਆਹ ਬਟਾਲਾ ਵਿਖੇ ਪੱਖੋ ਕੇ ਪਿੰਡ ਦੇ ਖਜ਼ਾਨਚੀ ਮੂਲ ਚੰਦ ਦੀ ਪੁੱਤਰੀ ਸੁਲੱਖਣੀ ਨਾਲ ਕਰ ਦਿੱਤਾ ਗਿਆ। ਬਹੁਤ ਹੀ ਇੰਪੋਰਟੈਂਟ ਹੈ ਕਿ ਮਤਲਬ ਵਿਆਹ ਕਿਹਦੇ ਨਾਲ ਹੋਇਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁੱਤਰੀ ਸੁਲੱਖਣੀ ਨਾਲ ਕਰ ਦਿੱਤਾ ਗਿਆ। ਵਿਆਹ ਮਗਰੋਂ ਵੀ ਉਹ ਦੁਨਿਆਵੀ ਕਾਰਜਾਂ ਵੱਲ ਜਾ ਚੁੱਕੇ। 2 ਪੁੱਤਰ ਜਿਹੜੇ ਸਨ ਆਪਦੇ ਸ਼੍ਰੀ ਚੰਦ ਅਤੇ ਲਖਮੀ ਦਾਸ ਹੋਏ। ਇਹ ਨੇਮ ਮਤਲਬ ਇੰਪੋਰਟੈਂਟ ਨੇ, ਸਾਨੂੰ ਆਉਣੇ ਚਾਹੀਦੇ ਨੇ, ਸ਼੍ਰੀ ਚੰਦ ਅਤੇ ਲਖਮੀ ਦਾਸ। ਫਿਰ ਵੀ ਉਹਨਾਂ ਦਾ ਮਨ ਜਿਹੜਾ ਸੀ ਨਹੀਂ ਬਦਲਿਆ। ਰੋਜੀ ਰੋਟੀ ਕਮਾਉਣ ਵਿੱਚ ਕੋਈ ਦਿਲਚਸਪੀ ਨਹੀਂ ਸੀ ਦਿਖਾਉਂਦੇ। ਸਦਾ ਸਾਧੂ ਸੰਤਾਂ ਦੀ ਸੰਗਤ ਹੀ ਉਹਨਾਂ ਨੂੰ ਭਾਉਂਦੀ ਸੀ। ਉਸ ਤੋਂ ਬਾਅਦ ਆਪ ਦੀ ਭੈਣ ਨਾਨਕੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਤੇ ਆਪ ਦੀ ਭੈਣ ਦਾ ਨਾਮ ਸੀ ਨਾਨਕੀ ਅਤੇ ਜੀਜਾ ਜੈ ਰਾਮ ਆਪ ਨੂੰ ਸੁਲਤਾਨਪੁਰ ਲੈ ਗਏ ਤੇ ਉੱਥੇ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਰਖਵਾਲਾ ਰਖਵਾ ਦਿੱਤਾ। ਉੱਥੇ ਮਨ ਲਗਾ ਕੇ ਆਪ ਨੇ ਕੰਮ ਕੀਤਾ ਤੇ ਆਪਣੇ ਮਾਲਕ ਦਾ ਦਿਲ ਜੀਤ ਲਿਆ। ਆਪ ਦੇ ਬਚਪਨ ਦਾ ਸਾਥੀ, ਹੁਣ ਇਹ ਬਹੁਤ ਇੰਪੋਰਟੈਂਟ ਹੈ ਕਿ ਬਚਪਨ ਦਾ ਸਾਥੀ ਭਾਈ ਮਰਦਾਨਾ ਆਪ ਨੂੰ ਸੁਲਤਾਨਪੁਰ ਵਿਖੇ ਹੀ ਮਿਲੇ ਤੇ ਪ੍ਰਭੂ ਉਸ ਦੇ ਗੀਤ ਗਾਣਾ ਆਪ ਦੇ ਨਾਲ ਆਰੰਭ ਕਰ ਦਿੱਤਾ। ਇਕੱਠੇ ਭੋਜਨ ਛਕਦੇ, ਲੋਕਾਂ ਨੂੰ ਸਹੀ ਅਤੇ ਸਰਲ ਜੀਵਨ ਜਿਉਣ ਦਾ ਉਪਦੇਸ਼ ਦਿੰਦੇ। ਫਿਰ ਉਸ ਤੋਂ ਬਾਅਦ ਇਹ ਬਹੁਤ ਇੰਪੋਰਟੈਂਟ ਹੈ ਕਿ ਵੇਈ ਨਦੀ ਦੇ ਵਿੱਚ ਇੱਕ ਦਿਨ ਆਪ ਇਸ਼ਨਾਨ ਕਰਨ ਗਏ ਤਾਂ 3 ਦਿਨ ਤੱਕ ਅਲੋਪ ਰਹੇ। ਤੇ ਇਸ ਤੋਂ ਬਾਅਦ ਇਸ ਵੇਲੇ ਆਪ ਨੂੰ ਨਾਮ ਪ੍ਰਚਾਰਿਤ ਕਰਨ ਦਾ ਸੁਨੇਹਾ ਮਿਲਿਆ ਸੀ। ਤੇ ਇਸ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਹੈ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵਿੱਚ। ਜਦੋਂ ਆਪਾਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਜੀਵਨ ਦੇ ਵਿੱਚ ਮਤਲਬ ਕਿਹੜੇ ਮੇਨ ਉਪਦੇਸ਼ ਉਹਨਾਂ ਤੋਂ ਸਾਨੂੰ ਪਤਾ ਲੱਗਦਾ, ਇਹਨਾਂ ਦੇ ਜੀਵਨ ਦੇ ਬਾਰੇ ਕੀ ਸਾਨੂੰ ਗੱਲਾਂ ਪਤਾ ਲੱਗਦੀਆਂ ਨੇ, ਇਹ ਆਪਾਂ ਅੱਗੇ ਪੜ੍ਹ ਲੈਂਦੇ ਹਾਂ। ਇਸ ਦੇ ਵਿੱਚ ਨੈਕਸਟ ਨੰਬਰ ਦੇ ਵਿੱਚ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਹਜੇ ਪੜ੍ਹ ਰਹੇ ਹਾਂ। ਤੇ ਸੈਕਿੰਡ ਨੰਬਰ 'ਤੇ ਆਪਾਂ ਗੱਲ ਕਰ ਲੈਂਦੇ ਨਾਮ ਜਪਣਾ। ਗੁਰੂ ਸਾਹਿਬ ਅਨੁਸਾਰ ਧਾਰਮਿਕ ਰਿਵਾਜਾਂ ਨਾਲੋਂ ਵਧੇਰੇ ਜ਼ਰੂਰੀ ਹੈ ਰੱਬ ਦੀ ਸਾਧਨਾ ਕਰਨਾ। ਮਤਲਬ ਹੋਰ ਰਿਵਾਜਾਂ ਨਾਲੋਂ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਚੀਜ਼ ਹੈ ਉਹ ਹੈ ਰੱਬ ਦਾ ਨਾਮ ਜਪਣਾ। ਨਾਮ ਜਪਣ ਨਾਲ ਹੀ ਤੁਹਾਡਾ ਰੱਬ ਪ੍ਰਤੀ ਮੋਹ ਹੋ ਸਕਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ
ਸਿੱਖਿਆ ਦਿੰਦੇ ਸਨ ਨਾਮ ਜਪਣ ਦੀ। ਗੁਰੂ ਸਾਧਨਾ, ਗੁਰੂ ਜੀ ਨੇ ਜੀਵਨ ਵਿੱਚ ਗੁਰੂ ਸਾਧਨਾ 'ਤੇ ਵੀ ਜ਼ੋਰ ਦਿੱਤਾ। ਗੁਰੂ ਮਨੁੱਖ ਦੀ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਲਈ ਸਹਾਈ ਹੁੰਦਾ ਹੈ। ਉਹ ਅਧਿਆਤਮਕ ਨੇੜਾ ਤੇ ਪੌੜੀ ਦੀ ਤਰ੍ਹਾਂ ਸਾਨੂੰ ਰੱਬ ਪ੍ਰਤੀ ਦੀ ਮਾਰਗ ਦਿਖਾਉਂਦਾ ਹੈ, ਉਸ ਵੱਲ ਲੈ ਜਾਂਦਾ ਹੈ। ਨਦਰ ਦੀ ਗੱਲ ਕੀਤੀ ਹੈ। ਨਦਰ ਉਹ ਰੱਬੀ ਤਾਕਤ ਹੈ, ਉਹ ਰੱਬੀ ਨੂਰ ਹੈ, ਜਿਸ ਨਾਲ ਅਸੀਂ ਸੱਚ ਤੱਕ ਪਹੁੰਚ ਜਾਂਦੇ ਹਾਂ ਅਤੇ ਸੁਤੰਤਰ ਹੋ ਜਾਂਦੇ ਹਾਂ, ਸਾਡੀ ਆਤਮਾ ਆਜ਼ਾਦ ਹੋ ਜਾਂਦੀ ਹੈ। ਸੇਵਾ, ਗੁਰੂ ਜੀ ਨੇ ਸੇਵਾ 'ਤੇ ਬਹੁਤ ਜ਼ੋਰ ਦਿੱਤਾ। ਕੀਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ। ਇਹ ਕੁਐਸਚਨ ਆ ਸਕਦਾ ਕਿ ਕੀਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ, ਇਹ ਕਿਹਦਾ ਉਪਦੇਸ਼ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੀਗਾ। ਇਸ ਤੋਂ ਬਾਅਦ ਭੇਦਭਾਵ ਰਹਿਤ ਸਮਾਜ, ਬਹੁਤ ਹੀ ਇੰਪੋਰਟੈਂਟ ਹੈ ਕਿ ਗੁਰੂ ਕਾ ਲੰਗਰ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਸੀ? ਗੁਰੂ ਦਾ ਲੰਗਰ ਜਿਹੜਾ ਹੈਗਾ ਆ, ਲੰਗਰ ਪ੍ਰਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਕਿ ਭੇਦਭਾਵ ਰਹਿਤ ਸਾਰੇ ਇਕੱਠੇ ਬੈਠ ਕੇ ਜੋ ਹੈ ਉਹ ਇਕੱਠੇ ਬੈਠ ਕੇ ਖਾਣ ਦਾ ਆਦੇਸ਼ ਦਿੱਤਾ ਸੀ ਕਿ ਬਿਨਾਂ ਕਿਸੇ ਭੇਦਭਾਵ ਤੋਂ ਸਾਰੇ ਇਕੱਠੇ ਬਹਿ ਕੇ ਖਾਣਾ ਖਾਓਗੇ। ਹੁਣ ਇਹ ਜਿਹੜਾ ਟੇਬਲ ਹੈ ਇੰਪੋਰਟੈਂਟ ਹੈ। ਇਹ ਟੇਬਲ ਮਤਲਬ ਇਸ ਟੇਬਲ ਦੇ ਵਿੱਚ ਆਪਾਂ ਪੂਰਾ ਕਵਰ ਕਰ ਰਹੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ। ਜਨਮ ਹੋਇਆ ਸੀ 1469 ਈਸਵੀ ਨੂੰ। ਮਾਤਾ ਦਾ ਨਾਮ ਸੀ ਤ੍ਰਿਪਤਾ ਦੇਵੀ, ਪਿਤਾ ਦਾ ਨਾਮ ਸੀ ਕਾਲੀਆ ਦਾਸ ਜਾਂ ਕਾਲੂ ਰਾਮ, ਪਤਨੀ ਬੀਬੀ ਸੁਲੱਖਣੀ, ਪੁੱਤਰ 2 ਸੀ ਸ਼੍ਰੀ ਚੰਦ ਲਖਮੀ ਦਾਸ। ਰਚਨਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ। ਰਚਨਾਵਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਿਹੜੀਆਂ ਹਨ? ਜਪਜੀ ਸਾਹਿਬ, ਜਿਵੇਂ ਕਿ ਆਪਾਂ ਗੱਲ ਕੀਤੀ ਕਿ ਨਾਮ ਜਪਣ ਦੀ ਪ੍ਰੇਰਣਾ ਦਿੰਦੇ ਸੀ, ਉਸ ਤੋਂ ਬਣਿਆ ਹੈ ਜਪਜੀ, ਮਤਲਬ ਨਾਮ ਨੂੰ ਜਪੋ। ਆਸਾਂ ਦੀ ਵਾਰ, ਹੁਣ ਆਸਾ ਦੀ ਵਾਰ ਸਭ ਤੋਂ ਪਹਿਲੇ ਗੁਰੂ ਸੀ ਅਤੇ ਐੜਾ ਸਭ ਤੋਂ ਪਹਿਲਾ ਅੱਖਰ ਹੁੰਦਾ ਹੈ, ਉਸ ਨਾਲ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਆਸਾ ਦੀ ਵਾਰ। ਓਮਕਾਰ, ਓਮ ਮਤਲਬ ਨਾਮ ਜਪਣ ਬਾਰੇ। ਉਸ ਤੋਂ ਪਹਿਲਾਂ ਸਿੱਧ ਗੋਸ਼ਟੀ, 12 ਮਾਹ, 974 ਮੰਤਰ, ਮਤਲਬ ਕਿ 1 2 3 4 5 6 ਰਚਨਾਵਾਂ ਹੋ ਗਈਆਂ। ਇਹ 6 ਰਚਨਾਵਾਂ ਸੀ ਜਪਜੀ ਸਾਹਿਬ, ਆਸਾ ਦੀ ਵਾਰ, ਓਮਕਾਰ, ਸਿੱਧ ਗੋਸ਼ਟੀ, 12 ਮਾਹ ਅਤੇ 974 ਮੰਤਰ। ਮਤਲਬ ਹੋ ਸਕਦਾ ਹੈ ਕਿ ਪੇਪਰ ਦੇ ਵਿੱਚ ਆ ਜਾਵੇ ਕਿ 12 ਮਾਹ ਕਿਸ ਦੀ ਰਚਨਾ ਹੈ ਜਾਂ 974 ਮੰਤਰ ਕਿਸ ਦੀ ਰਚਨਾ ਹਨ, ਅਤੇ ਉਸ ਦਾ ਸ਼ਾਰਟ ਕੁਐਸਚਨ ਆ ਸਕਦਾ ਹੈ। ਰਚਨਾ ਕਿਹਦੀ ਰਚਨਾ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। ਚਲੋ ਜੀ, ਨੈਕਸਟ ਨੰਬਰ 'ਤੇ ਗਿਆਨ ਦੀ ਪ੍ਰਾਪਤੀ ਬੇਈ ਨਦੀ 'ਤੇ ਹੋਈ ਸੀ। ਸ਼ਹਿਰ ਕਿਹੜਾ ਸਥਾਪਿਤ ਕੀਤਾ? ਬਹੁਤ ਹੀ ਇੰਪੋਰਟੈਂਟ ਹੈ, ਕਰਤਾਰਪੁਰ। ਕਰਤਾਰ ਯਾਨੀ ਕਿ ਰੱਬ ਦੇ ਨਾਂ 'ਤੇ ਰੱਖਿਆ ਗਿਆ ਹੈ ਕਰਤਾਰਪੁਰ। ਲੰਗਰ ਪ੍ਰਥਾ ਆਰੰਭ ਕੀਤੀ ਸੀ। ਉਸ ਸਮੇਂ ਦਾ ਮੁਗਲ ਬਾਦਸ਼ਾਹ ਸੀ ਬਾਬਰ ਅਤੇ ਸ਼ੇਰ ਸ਼ਾਹ ਸੂਰੀ। ਉੱਤਰਾਧਿਕਾਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਬਣਾਇਆ ਸੀ ਗੁਰੂ ਅੰਗਦ ਦੇਵ ਜੀ ਨੂੰ ਜਾਂ ਭਾਈ ਲਹਿਣਾ ਨੂੰ। ਜੋਤੀ ਜੋਤ ਗੁਰੂ ਜੀ ਸਮਾਏ ਸੀ ਕਰਤਾਰਪੁਰ ਵਿੱਚ ਹੀ 1539 ਈਸਵੀ ਦੇ ਵਿੱਚ। ਮਤਲਬ ਕਿ ਇਹ ਪੂਰਾ ਦਾ ਪੂਰਾ ਟੇਬਲ ਇੰਪੋਰਟੈਂਟ ਹੈ। ਪੂਰਾ ਟੇਬਲ ਜਿਹੜਾ ਹੈ ਕਵਰ ਕਰ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ। ਸੈਕਿੰਡ ਨੰਬਰ ਵਿੱਚ ਸਿੱਖਾਂ ਦੇ ਜਿਹੜੇ ਦੂਸਰੇ ਗੁਰੂ ਸਨ ਸ਼੍ਰੀ ਗੁਰੂ ਅੰਗਦ ਦੇਵ ਜੀ। ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ? 1504 ਈਸਵੀ ਦੇ ਵਿੱਚ। ਇਹਨਾਂ ਦਾ ਜੀਵਨ ਕਾਲ ਸੀ 1504 ਤੋਂ 1552 ਈਸਵੀ। ਇੰਪੋਰਟੈਂਟ ਹੈ, ਮਤਲਬ ਜਨਮ ਦਾ ਜਿਹੜਾ ਸਮੇਂ ਹੈ ਇਹ ਤਾਂ ਸਾਨੂੰ ਪਤਾ ਹੋਣਾ ਹੀ ਚਾਹੀਦਾ ਹੈ ਕਿ 1504 ਈਸਵੀ ਸੀ। ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਹੋਏ। ਜਨਮ 31 ਮਾਰਚ 1504 ਈਸਵੀ ਨੂੰ ਹੋਇਆ। ਉਹਨਾਂ ਦੇ ਪਿਤਾ ਭਾਈ ਫੇਰੂ 53 ਖੱਤਰੀ ਗੋਤਰ ਨਾਲ ਸੰਬੰਧਿਤ ਸਨ। ਪੰਜਾਬ ਦੇ ਜ਼ਿਲ੍ਹਾ ਮੁਕਤਸਰ ਵਿਖੇ ਇੱਕ ਪਿੰਡ ਮਾਤਾ ਦੀ ਸਰਾਏ ਵਿਖੇ ਇੱਕ ਵਪਾਰੀ ਸਨ। ਉਹਨਾਂ ਦਾ ਵਿਆਹ ਬੀਬੀ ਖੀਵੀ ਪੁੱਤਰੀ ਦੇਵੀ ਚੰਦ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਆਪ ਦੇ 2 ਪੁੱਤਰਾਂ ਦਾਸੂ ਅਤੇ ਦੱਤੂ ਅਤੇ ਇੱਕ ਪੁੱਤਰੀ ਅਮਰੋ ਦਾ ਜਨਮ ਹੋਇਆ। ਹੁਣ ਇਹਦੇ ਵਿੱਚ ਇੰਪੋਰਟੈਂਟ ਚੀਜ਼, ਜਨਮ ਹੋ ਗਿਆ 1504 ਈਸਵੀ। ਜਨਮ ਕਿੱਥੇ ਹੋਇਆ ਸੀ? ਮੁਕਤਸਰ। ਪਿਤਾ ਦਾ ਨਾਂ ਸੀ ਭਾਈ ਫੇਰੂ। ਵਿਆਹ ਹੋਇਆ ਬੀਬੀ ਖੀਵੀ ਦੇ ਨਾਲ ਅਤੇ ਆਪ ਦੇ 2 ਪੁੱਤਰ ਦਾਸੂ, ਦੱਤੂ ਅਤੇ ਇੱਕ ਪੁੱਤਰੀ ਸੀ ਅਮਰੋ। ਯਾਨੀ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ 3 ਸਨ, ਦਾਸੂ, ਦੱਤੂ ਅਤੇ ਪੁੱਤਰੀ ਅਮਰੋ। ਚਲੋ ਹੁਣ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਹੈ ਭਾਈ ਲਹਿਣਾ ਜੀ ਦੇ ਬਾਰੇ ਜਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਬਾਰੇ ਕਿ ਕਰਤਾਰਪੁਰ ਦੇ ਵਿੱਚ ਹੀ ਆਪ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸੀ ਤਾਂ ਆਪ 20 ਦੇ ਆਖਰੀ ਗੇੜ ਵਿੱਚ ਸਨ, ਮਤਲਬ ਕਿ ਨੀਅਰ ਅਬਾਊਟ 20 ਈਅਰਸ ਦੇ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸੀ ਅਤੇ ਗੁਰੂ ਨਾਨਕ ਦੇਵ ਜੀ ਦੇ ਆਪ ਚੇਲੇ ਬਣ ਗਏ ਸਨ। ਪਹਿਲਾਂ ਉਹ ਮਾਤਾ ਦੁਰਗਾ ਦੇ ਭਗਤ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਬਾਅਦ ਆਪਨੇ ਆਪਣਾ ਕਾਫੀ ਸਮਾਂ ਕਰਤਾਰਪੁਰ ਵਿਖੇ ਹੀ ਬਿਤਾਇਆ। ਆਪਣੇ ਪੁੱਤਰ ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀ ਨੇ ਆਪ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਅਤੇ ਸਨ 1539 ਵਿੱਚ ਆਪ ਜੀ ਨੂੰ ਅੰਗਦ ਨਾਮ ਦਿੱਤਾ। ਅੰਗਦ ਮਤਲਬ ਇੱਕ ਅੰਗ ਤੋਂ ਵਰਡ ਬਣਿਆ ਹੈ ਅੰਗਦ। ਸ਼੍ਰੀ ਗੁਰੂ ਨਾਨਕ ਦੇਵ ਜੀ
ਜਿਹੜੇ ਕਿ 1539 ਈਸਵੀ ਦੇ ਵਿੱਚ ਜੋਤੀ ਜੋਤ ਸਮਾਏ ਸਨ। ਉਹਨਾਂ ਨੇ 1539 ਈਸਵੀ ਨੂੰ ਹੀ ਆਪ ਨੂੰ ਆਪ ਨੂੰ ਅੰਗਦ ਨਾਮ ਦੇ ਦਿੱਤਾ। ਅਤੇ 1539 ਤੋਂ 1552 13 ਸਾਲ ਦੀ ਉਮਰ ਤੱਕ ਆਪ ਗੁਰੂ ਬਣੇ ਰਹੇ। ਉਹਨਾਂ ਨੇ ਪ੍ਰਥਮ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭੇ ਕਾਰਜ ਜਾਰੀ ਰੱਖੇ। ਮਤਲਬ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਸਨ ਉਹਨੂੰ ਜਾਰੀ ਰੱਖਿਆ। ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਵਾਰਸਾਂ ਦੇ ਹਵਾਲੇ ਨਾ ਕਰ ਦਿੱਤਾ ਜਾਵੇ, ਅਜਿਹੇ ਸੋਚ ਨਾਲ ਉਹਨਾਂ ਨੇ ਇੱਕ ਹੋਰ ਨਗਰ ਵਸਾਇਆ। ਮਤਲਬ ਗੁਰੂ ਅੰਗਦ ਦੇਵ ਜੀ ਨੂੰ ਸੀ ਕਿਤੇ ਨਾ ਕਿਤੇ ਗੁਰੂ ਨਾਨਕ ਦੇਵ ਜੀ ਦੇ ਆਪਣੇ ਪੁੱਤਰ ਹੀ ਕਰਤਾਰਪੁਰ ਨੂੰ ਨਾ ਲੈ ਲੈਣ। ਇਹ ਸੋਚ ਕਾਰਨ ਗੁਰੂ ਅੰਗਦ ਦੇਵ ਜੀ ਨੇ ਇੱਕ ਨਵਾਂ ਮਤਲਬ ਸ਼ਹਿਰ ਵਸਾਇਆ ਜਿਹਦਾ ਨਾਮ ਸੀ ਖਡੂਰ ਸਾਹਿਬ, ਜੋ ਕਿ ਤਰਨ ਤਾਰਨ ਜ਼ਿਲ੍ਹੇ ਵਿੱਚ ਹੈ ਕਿਹਾ ਜਾਂਦਾ ਹੈ। ਖਡੂਰ ਸਾਹਿਬ ਕਿਹਾ ਜਾਂਦਾ ਹੈ। ਇਹ ਗੁਰੂ ਅੰਗਦ ਦੇਵ ਜੀ ਨੇ ਵਸਾਇਆ ਸੀ। ਇੰਪੋਰਟੈਂਟ ਹੈ, ਮਤਲਬ ਆ ਸਕਦਾ ਹੈ ਕੁਐਸਚਨ, ਕਿਹੜਾ ਨਗਰ ਵਸਾਇਆ? ਖਡੂਰ ਸਾਹਿਬ। ਆਪਣੇ ਗੁਰੂ ਵਾਂਗੂ ਉਹਨਾਂ ਨੇ ਲੋਕਾਂ ਨੂੰ ਨਿਸ਼ਕਾਮ ਸੇਵਾ ਅਤੇ ਭਗਤੀ ਦਾ ਪਾਠ ਪੜ੍ਹਾਇਆ। ਬਹੁਤ ਹੀ ਇੰਪੋਰਟੈਂਟ ਜਿਹੜਾ ਮੇਨ ਹੈ, ਗੁਰਮੁਖੀ ਲਿਪੀ ਦੀ ਕਾਢ ਕਿਹਨੇ ਕੱਢੀ ਸੀ? ਸ਼੍ਰੀ ਗੁਰੂ ਅੰਗਦ ਦੇਵ ਜੀ ਨੇ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭੀ 35 ਅੱਖਰੀ ਪੱਟੀ ਨੂੰ ਨਵਾਂ ਰੂਪ ਅਤੇ ਕ੍ਰਮ ਦਿੱਤਾ ਅਤੇ ਇਸ ਨੂੰ ਹੋਰ ਜ਼ਿਆਦਾ ਸ਼ੁੱਧ ਅਤੇ ਵਿਸਤ੍ਰਿਤ ਕੀਤਾ। ਇਹੀ ਕਾਰਜ ਸਿੱਖੀ ਦੀਆਂ ਪਵਿੱਤਰ ਰਚਨਾਵਾਂ ਦਾ ਮੁੱਢ ਬਣਿਆ। ਉਹਨਾਂ ਨੇ ਸਿੱਖਾਂ ਨੂੰ ਇੱਕ ਵੱਖਰੀ ਲਿਖਤੀ ਭਾਸ਼ਾ ਬਖਸ਼ੀ ਜੋ ਹਿੰਦੂਆਂ ਅਤੇ ਮੁਸਲਮਾਨਾਂ ਤੋਂ ਵਰਤੀ ਜਾਂਦੀ ਵਾਲੀ ਭਾਸ਼ਾ ਤੋਂ ਕਾਫੀ ਵੱਖਰੀ ਸੀ। ਠੀਕ ਹੈ। ਅਤੇ ਗੁਰੂ ਅੰਗਦ ਦੇਵ ਜੀ ਬਾਰੇ ਸਾਨੂੰ ਕੀ ਪਤਾ ਲੱਗਿਆ ਕਿ ਉਹਨਾਂ ਨੇ ਗੁਰਮੁਖੀ ਲਿਪੀ ਨੂੰ ਨਵਾਂ ਰੂਪ ਦਿੱਤਾ। ਸਰੀਰਕ ਤੰਦਰੁਸਤੀ ਦੇ ਹਿੱਤ ਵਿੱਚ ਸਨ, ਇਸ ਲਈ ਉਹਨਾਂ ਨੇ ਆਪ ਨੇ ਮੱਲ ਅਖਾੜਾ ਦੀ ਪਰੰਪਰਾ ਸ਼ੁਰੂ ਕੀਤੀ। ਅਖਾੜੇ ਦੀ ਪਰੰਪਰਾ ਕਿਹਨੇ ਸ਼ੁਰੂ ਕੀਤੀ? ਗੁਰੂ ਅੰਗਦ ਦੇਵ ਜੀ ਨੇ। ਉਹਨਾਂ ਨੇ ਭਾਈ ਬਾਲਾ ਜੀ ਕੋਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਉਹਨਾਂ ਦੀਆਂ ਉਦਾਸੀਆਂ ਵੇਲੇ ਵੀ ਸਨ ਜੋ ਤੋਂ ਪ੍ਰਥਮ ਗੁਰੂ ਦੇ ਜੀਵਨ ਬਾਰੇ ਤੱਥ ਇਕੱਠੇ ਕੀਤੇ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਆਧਾਰਿਤ ਪਹਿਲੀ ਜਨਮ ਸਾਖੀ ਲਿਖੀ, ਜਿਸ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਵੀ ਆਖਦੇ ਹਨ। ਲੰਗਰ ਪ੍ਰਥਾ ਨੂੰ ਆਪਣੇ ਅੱਗੇ ਵਧਾਇਆ ਅਤੇ 2 ਸਪੁੱਤਰ ਸਨ ਆਪਦੇ, ਪਰ ਉਹਨਾਂ ਆਪਣੇ 73 ਸਾਲ ਦੇ ਸ਼ਿਸ਼ ਅਮਰਦਾਸ ਜੀ ਨੂੰ, ਜੋ ਕਿ ਭੱਲਾ ਗੋਤਰ ਦੇ ਖੱਤਰੀ ਸਨ, ਨੂੰ ਤੀਜੇ ਗਰੁੱਪ ਦੇ ਰੂਪ ਵਿੱਚ ਚੁਣਿਆ। 1552 ਈਸਵੀ ਨੂੰ ਮਾਰਚ ਵਿੱਚ ਗੁਰੂ ਸਾਹਿਬ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਅਤੇ ਇਸ ਦੇ ਵਿੱਚ ਹੁਣ ਇੰਪੋਰਟੈਂਟ ਚੀਜ਼ ਜਿਹੜੀ ਹੈ, ਪਹਿਲੀ ਜਨਮ ਸਾਖੀ ਲਿਖੀ ਜਿਹਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਆਖਦੇ ਹਨ। ਇਸ ਤੋਂ ਇਲਾਵਾ ਆਪ ਨੇ ਆਪਣਾ ਉੱਤਰਾਧਿਕਾਰੀ ਆਪਣੇ ਪੁੱਤਰਾਂ ਨੂੰ ਨਾ ਚਾਹੁੰਦੇ ਹੋਏ ਆਪਣੇ ਸ਼ਿਸ਼ ਨੂੰ ਚੁਣਿਆ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਦੇ ਬਾਰੇ ਕੁਝ ਇੱਕ ਟੇਬਲ ਇੰਪੋਰਟੈਂਟ ਜੋ ਹੈ, ਜਨਮ ਹੋਇਆ ਸੀ 1504 ਈਸਵੀ ਨੂੰ ਮੱਤੇ ਦੀ ਸਰਾਏ, ਜ਼ਿਲ੍ਹਾ ਮੁਕਤਸਰ ਵਿੱਚ। ਮਾਤਾ ਦਾ ਨਾਮ ਸੀ ਦਇਆ ਕੌਰ, ਪਿਤਾ ਦਾ ਨਾਮ ਸੀ ਭਾਈ ਫੇਰੂ। ਮਾਤਾ ਦਇਆ ਕੌਰ ਅਤੇ ਭਾਈ ਫੇਰੂ ਪਿਤਾ। ਪਤਨੀ ਬੀਬੀ ਖੀਵੀ, ਸਪੁੱਤਰੀ 2 ਸਪੁੱਤਰ ਦਾਤੂ ਦਾਸੂ ਅਤੇ ਸਪੁੱਤਰੀ ਦਾ ਨਾਂ ਸੀ ਅਮਰੋ। ਗੁਰੂਗੱਦੀ 13 ਸਾਲ ਦੀ ਉਮਰ ਤੱਕ ਆਪਣੀ ਗੁਰੂਗੱਦੀ 'ਤੇ ਰਹੇ, ਜਿਹੜੇ ਸੀ 1539 ਤੋਂ 1552 ਈਸਵੀ ਵਿੱਚ, ਅਤੇ ਖੋਜ ਕੀਤੀ ਗੁਰਮੁਖੀ ਲਿਪੀ ਦੀ। ਮਤਲਬ ਇਹ ਗੁਰੂ ਜੀ ਦੇ ਜੀਵਨ ਦੇ ਕੁਛ ਇੱਕ ਮਹੱਤਵਪੂਰਨ ਜੋ ਗੁਰੂ ਜੀ ਨੇ ਕੰਮ ਕੀਤੇ ਹਨ ਉਸ ਦਾ ਇੱਕ ਟੇਬਲ ਬਣਾਇਆ ਗਿਆ ਹੈ। ਅਤੇ ਆਪਾਂ ਪੜ੍ਹਿਆ ਹੈ ਕਿ ਖਡੂਰ ਸਾਹਿਬ ਇੱਕ ਨਗਰ ਵਸਾਇਆ ਗਿਆ ਸੀ ਗੁਰੂ ਅੰਗਦ ਦੇਵ ਜੀ ਦੇ ਦੁਆਰਾ, ਜੋ ਕਿ ਅੱਗੇ ਨੀਚੇ ਟੇਬਲ ਦੇ ਵਿੱਚ ਦੱਸਿਆ ਵੀ ਗਿਆ ਹੈ। ਨੀਚੇ ਪੜ੍ਹ ਲੈਂਦੇ ਹਾਂ। ਪਰੰਪਰਾ ਸ਼ੁਰੂ ਕੀਤੀ ਮੱਲ ਅਖਾੜਾ, ਕਿਉਂਕਿ ਉਹ ਸਰੀਰਕ ਤੰਦਰੁਸਤੀ ਦੇ ਹਿੱਤ ਵਿੱਚ ਸਨ। ਰਚਨਾ ਭਾਈ ਬਾਲੇ ਵਾਲੀ ਜਨਮ ਸਾਖੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਲਿਖੀ ਆਪਨੇ। ਸ਼ਹਿਰ ਆਪਨੇ ਸਥਾਪਿਤ ਕੀਤਾ ਖਡੂਰ ਸਾਹਿਬ, ਅੱਜ ਕੱਲ੍ਹ ਤਰਨ ਤਾਰਨ ਵਿੱਚ ਹੈ। ਆਪ ਦੇ ਸਮੇਂ ਦੇ ਮੁਗਲ ਬਾਦਸ਼ਾਹ ਕਿਹੜੇ ਸਨ? ਹਿਮਾਯੂ ਅਤੇ ਸ਼ੇਰ ਸ਼ਾਹ ਸੂਰੀ। ਇਸ ਤੋਂ ਇਲਾਵਾ ਆਪਨੇ ਆਪਣਾ ਉੱਤਰਾਧਿਕਾਰੀ ਚੁਣਿਆ ਗੁਰੂ ਅਮਰਦਾਸ ਜੀ ਨੂੰ। ਜੋਤੀ ਜੋਤ ਕਦੋਂ ਸਮਾਏ? ਖਡੂਰ ਸਾਹਿਬ ਵਿਖੇ 1552 ਈਸਵੀ ਵਿੱਚ। ਇਸ ਤੋਂ ਬਾਅਦ ਤੀਸਰੇ ਨੰਬਰ ਦੇ ਗੁਰੂ ਹਨ ਸ਼੍ਰੀ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਦੇ ਬਾਰੇ ਪੜ੍ਹ ਲੈਂਦੇ ਹਾਂ ਡਿਟੇਲ ਦੇ ਵਿੱਚ। ਸ਼੍ਰੀ ਗੁਰੂ ਅਮਰਦਾਸ ਜੀ ਦਾ ਜੀਵਨ ਕਾਲ ਸੀ 1479 ਈਸਵੀ ਤੋਂ 1574 ਈਸਵੀ ਦੇ ਵਿੱਚ। ਇਹ ਸਿੱਖਾਂ ਦੇ 3rd ਗੁਰੂ ਹਨ। ਅਤੇ ਇਹਨਾਂ ਬਾਰੇ ਜਦੋਂ ਆਪਾਂ ਪੜ੍ਹਦੇ ਹਾਂ ਸਾਨੂੰ ਇੱਕ ਗੱਲ ਜਿਹੜੀ ਸਭ ਤੋਂ ਫਸਟ ਨੰਬਰ ਦੇ ਵਿੱਚ ਆਪ ਦਾ ਜਨਮ ਜਿਹੜਾ ਹੈ 1479 ਈਸਵੀ ਨੂੰ ਹੋਇਆ। ਹੁਣ 1479 ਈਸਵੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ 1469 ਈਸਵੀ ਨੂੰ।
ਜਿਵੇਂ ਆਪਾਂ ਬੈਕ ਆ ਕੇ ਦੇਖ ਰਹੇ ਹਾਂ 1469 ਈਸਵੀ ਨੂੰ ਜਨਮ ਹੋਇਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ। ਤੇ ਜਦੋਂ ਆਪਾਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਬਾਰੇ ਪੜ੍ਹ ਰਹੇ ਹਾਂ ਉਦੋਂ ਆਪਾਂ ਦੇਖ ਰਹੇ ਹਾਂ ਕਿ ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ 1479 ਈਸਵੀ ਨੂੰ 1479 ਨੂੰ, ਯਾਨੀ ਕਿ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਦੇ ਵਿੱਚ 10 ਸਾਲ ਹੀ ਵੱਡੇ ਸਨ। ਉਸ ਤੋਂ ਬਾਅਦ ਇੱਕ ਭੱਲਾ ਖੱਤਰੀ ਪਰਿਵਾਰ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਤੇਜਭਾਨ, ਮਾਤਾ ਦਾ ਨਾਮ ਬਖਸ਼ ਕੌਰ ਸੀ। ਉਹਨਾਂ ਦਾ ਵਿਆਹ ਦੇਵੀ ਚੰਦ ਦੀ ਸਪੁੱਤਰੀ ਮਨਸਾ ਦੇਵੀ ਦੇ ਨਾਲ ਹੋਇਆ। ਮਨਸਾ ਦੇਵੀ ਦੇ ਨਾਲ ਹੋਇਆ, ਜਿਸ ਦੀ ਕੁੱਖੋਂ ਉਹਨਾਂ ਦੇ 2 ਪੁੱਤਰ ਮੋਹਰੀ ਮੋਹਨ ਅਤੇ 2 ਪੁੱਤਰੀਆਂ ਦਾਨੀ ਅਤੇ ਭਾਨੀ ਨੇ ਜਨਮ ਲਿਆ। ਹੁਣ ਸ਼੍ਰੀ ਗੁਰੂ ਅਮਰਦਾਸ ਜੀ ਜਿਹੜੇ ਕਿ ਸਿੱਖਾਂ ਦੇ ਤੀਸਰੇ ਗੁਰੂ ਸਨ, ਉਹਨਾਂ ਦੀ ਪੁੱਤਰ ਅਤੇ ਪੁੱਤਰੀਆਂ ਬਾਰੇ ਦੱਸਿਆ ਗਿਆ ਹੈ ਕਿ 2 ਪੁੱਤਰ ਮੋਹਰੀ ਅਤੇ ਮੋਹਨ ਤੇ 2 ਪੁੱਤਰੀਆਂ ਦਾਨੀ ਅਤੇ ਭਾਨੀ ਨੇ ਜਨਮ ਲਿਆ। ਉਸ ਤੋਂ ਬਾਅਦ ਬਹੁਤ ਇੰਪੋਰਟੈਂਟ ਹੈ ਕਿ ਗੁਰੂ ਅਮਰਦਾਸ ਜੀ ਜਿਹੜੇ ਸਨ ਉਹ ਵੈਸ਼ਨਵੀ ਸਨ। ਪਹਿਲਾ ਗੁਰੂ ਅਮਰਦਾਸ ਜੀ ਵੈਸ਼ਨਵੀ ਸਨ ਅਤੇ ਨੇਮ ਨਾਲ ਹਰਿਦੁਆਰ ਪਵਿੱਤਰ ਜਲ ਇਸ਼ਨਾਨ ਲਈ ਜਾਇਆ ਕਰਦੇ। 62 ਸਾਲ ਦੀ ਉਮਰ ਤੱਕ ਉਹਨਾਂ ਨੇ ਇਹ ਨੇਮ ਨਿਭਾਇਆ। ਇੱਕ ਵਾਰ ਹੁਣ ਇਹ ਬਹੁਤ ਇੰਪੋਰਟੈਂਟ ਜਿਹਾ ਟੌਪਿਕ ਹੈ ਕਿ ਇੱਕ ਵਾਰ ਬੀਬੀ ਅਮਰੋ ਜੋ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸਨ, ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਸਨ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੇ ਹੋਏ ਸਨ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਉਚਾਰਨ ਕਰ ਰਹੇ ਸਨ। ਇਸ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਮਨ ਵਿੱਚ ਹਲਚਲ ਪੈਦਾ ਕਰਤੀ, ਸੋ ਉਹਨਾਂ ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਬੈਠੇ ਗੁਰੂ ਨੂੰ ਮਿਲਣ ਦਾ ਮਨ ਬਣਾਇਆ ਤੇ 1540 ਈਸਵੀ ਵਿੱਚ ਬੀਬੀ ਅਮਰੋ ਉਹਨਾਂ ਨੂੰ ਆਪਣੇ ਪਿਤਾ ਗੁਰੂ ਅੰਗਦ ਦੇਵ ਜੀ ਪਾਸ ਖਡੂਰ ਸਾਹਿਬ ਲੈ ਗਏ। ਉਹ ਉਦੋਂ ਹੀ ਉਹਨਾਂ ਦੇ ਚੇਲੇ ਬਣ ਗਏ ਅਤੇ 12 ਸਾਲ ਇਕਾਗਰ ਹੋ ਕੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਬਹੁਤ ਇੰਪੋਰਟੈਂਟ ਹੈ ਕਿ ਮਤਲਬ ਗੁਰੂ ਅਮਰਦਾਸ ਜੀ ਕਿਵੇਂ ਅੰਗਦ ਦੇਵ ਜੀ ਨੂੰ ਮਿਲੇ ਸੀ। ਇੱਕ ਵਾਰ ਬੀਬੀ ਅਮਰੋ ਜੋ ਸੀ ਗੁਰੂ ਅੰਗਦ ਦੇਵ ਜੀ ਦੀ ਕੁੜੀ ਬੀਬੀ ਅਮਰੋ ਪਾਠ ਕਰ ਰਹੇ ਸਨ, ਜੋ ਦੇਖ ਕੇ ਇਹਨਾਂ ਦੇ ਮਨ ਦੇ ਵਿੱਚ ਹਲਚਲ ਪੈਦਾ ਹੋਈ ਕਿ ਮੈਂ ਵੀ ਗੁਰੂ ਅੰਗਦ ਦੇਵ ਜੀ ਨੂੰ ਮਿਲਾਂ। ਆਪਣੇ ਪੁੱਤਰਾਂ ਦਾਸੂ ਅਤੇ ਦੱਤੂ ਨੂੰ ਲਾਂਬੇ ਰੱਖਦਿਆਂ ਗੁਰੂ ਅੰਗਦ ਦੇਵ ਜੀ ਨੇ ਆਪ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ। ਦਾਸੂ ਅਤੇ ਦੱਤੂ ਵੱਲੋਂ ਖਡੂਰ ਸਾਹਿਬ ਤੇ ਆਪਣੇ ਪਿਤਾ ਪੁਰਖੀ ਹੱਕ ਜਤਾਉਣ ਮਗਰੋਂ ਆਪ ਜੀ ਨੂੰ ਇਹ ਥਾਂ ਛੱਡਣੀ ਪਈ। ਖਡੂਰ ਸਾਹਿਬ ਉਹਨਾਂ ਦੇ ਪਿਤਾ ਦਾ ਸੀ, ਗੁਰੂ ਅੰਗਦ ਦੇਵ ਜੀ ਦਾ, ਇਸ ਕਰਕੇ ਆਪ ਨੂੰ ਇਹ ਜਗ੍ਹਾ ਛੱਡਣੀ ਪਈ ਤੇ ਆਪ ਨੇ ਆਪਣਾ ਨਵਾਂ ਨਗਰ ਵਸਾਇਆ, ਜਿਸ ਨੂੰ ਗੋਇੰਦਵਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਤੇ ਇਹ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿਖੇ ਸਥਿਤ ਹਨ। ਗੁਰੂ ਜੀ ਨੇ ਗੋਇੰਦਵਾਲ ਵਿਖੇ, ਹੁਣ ਗੋਇੰਦਵਾਲ ਦੀ ਗੱਲ ਕਰ ਰਹੇ ਹਾਂ ਜੋ ਕਿ ਗੁਰੂ ਅਮਰਦਾਸ ਜੀ ਨੇ ਵਸਾਇਆ। ਉਸ ਦੇ ਵਿੱਚ ਗੋਇੰਦਵਾਲ ਦੇ ਵਿੱਚ 84 ਪੌੜੀਆਂ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿ 84 ਪੌੜੀਆਂ ਵਾਲੀ ਬਾਉਲੀ ਦਾ ਨਿਰਮਾਣ ਕਿਸ ਨੇ ਕਰਵਾਇਆ? ਸ਼੍ਰੀ ਗੁਰੂ ਅਮਰਦਾਸ ਜੀ ਨੇ, ਜੋ ਕਿ ਸਿੱਖਾਂ ਦਾ ਇੱਕ ਪਵਿੱਤਰ ਸਥਾਨ ਬਣ ਗਿਆ। ਗੋਇੰਦਵਾਲ ਆਉਂਦੇ ਸਿੱਖਾਂ ਲਈ ਵਿਸਾਖੀ ਅਤੇ ਦੀਵਾਲੀ ਮਹੱਤਵਪੂਰਨ ਤਿਉਹਾਰ ਬਣ ਗਏ। ਉਹਨਾਂ ਨੇ ਸਿੱਖਾਂ ਦੇ ਜਨਮ, ਵਿਆਹ ਅਤੇ ਮੌਤ ਲਈ ਕਈ ਰਸਮਾਂ ਤੈਅ ਕੀਤੀਆਂ। ਵਿਆਹ ਲਈ, ਜਨਮ ਲਈ ਅਤੇ ਮੌਤ ਲਈ ਉਹਨਾਂ ਸਿੱਖਾਂ ਨੂੰ ਕਿਹਾ ਕਿ ਔਖੀ ਘੜੀ ਮੌਕੇ ਰੋਣਾ ਜਾਂ ਦਿਲ ਛੱਡਣਾ ਨਹੀਂ ਚਾਹੀਦਾ, ਸਗੋਂ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਜੋ ਸਾਨੂੰ ਧਰਤੀ 'ਤੇ ਹਰ ਖੁਸ਼ੀ ਬਖਸ਼ਦਾ ਹੈ। ਗੋਇੰਦਵਾਲ ਵਿਖੇ ਉਹਨਾਂ ਵੱਲੋਂ ਚਲਾਇਆ ਗੁਰੂ ਕਾ ਲੰਗਰ ਸ਼ੁੱਧ ਆਟੇ ਅਤੇ ਮੱਖਣ ਦੀ ਵਰਤੋਂ ਨਾਲ ਪ੍ਰਸਿੱਧ ਹੋ ਗਿਆ। ਉੱਤੇ ਮਤਲਬ ਇਹ ਵੀ ਇੰਪੋਰਟੈਂਟ ਬਣਦਾ ਹੈ ਕਿ ਸ਼ੁੱਧ ਆਟੇ ਅਤੇ ਮੱਖਣ ਦੀ ਵਰਤੋਂ ਨਾਲ ਬਣਾਇਆ ਜਾਂਦਾ ਸੀ ਲੰਗਰ। ਉਹਨਾਂ ਦਾ ਕਥਨ ਕੀ ਸੀ? ਸੰਗਤ ਤੋਂ ਪਹਿਲਾਂ ਪੰਗਤ। ਸੰਗਤ ਤੋਂ ਪਹਿਲਾਂ ਪੰਗਤ ਜੋ ਗੁਰੂ ਜੀ ਨੇ ਚਲਾਈ, ਇਸ ਦਾ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਪਾਲਣਾ ਸਾਰਿਆਂ ਨੂੰ ਕਰਨੀ ਹੀ ਪੈਂਦੀ ਸੀ। ਇੱਥੋਂ ਤੱਕ ਇੱਕ ਵਾਰ ਰਾਜਾ ਅਕਬਰ ਵੀ ਆਪ ਜੀ ਨੂੰ ਮਿਲਣ ਲਈ ਗਿਆ ਤਾਂ ਉਸਨੂੰ ਵੀ ਇਹ ਨਿਯਮ ਦੀ ਪਾਲਣਾ ਕਰਨੀ ਪਈ। ਤੇ ਉਸ ਤੋਂ ਬਾਅਦ ਮਤਲਬ ਉਸਨੇ ਕੁਝ ਸੇਵਾ ਕਰਨੀ ਚਾਹੀ ਜਿਸ ਨੂੰ ਗੁਰੂ ਜੀ ਨੇ ਮਨਾ ਕਰ ਦਿੱਤਾ, ਪਰ ਬਾਅਦ ਵਿੱਚ ਉਸਨੇ ਕੀ ਕੀਤਾ? ਰਾਜਾ ਅਕਬਰ ਨੇ ਗੁਰੂ ਸਾਹਿਬ ਅਤੇ ਸ਼ਰਧਾਲੂ ਕਰ ਤੋਂ ਛੋੜ ਦਿੱਤੀ। ਆਨੰਦ ਕਾਰਜ।
आनंद कारज, वैरी वैरी इंपॉर्टेंट कि आनंद कारज किसने शुरू किया? आनंद कारज सिख विआह की रस्म का ही नाम है। इस रस्म का इतिहास गुरु अमरदास जी के काल तो शुरू होया। आनंद कारज अमरदास जी के समय तो शुरू होया। जिन्हों ने 40 सतरां का मंत्र आनंद रचिया, जो कि हर धार्मिक कारज वेले उचरिया जाता है, उन्होंने दे उत्तराधिकारी गुरु रामदास जी ने 4 पैरिਆਂ का मंत्र लावा रचिया, जो कि विआह कारज संपन्न करने वेले उचारिया जाता है। यह रस्म हुण दुनिया भर के सिखा वालों निभाई जाती है। तो बहुत ही ज़्यादा इंपॉर्टेंट, उस तो बाद जी नैक्सट नीचे सैकेंड पैराग्राफ के इन्होंने दसिया होया वा, 4 पैरिਆਂ का मंत्र लावा श्री गुरु रामदास जी द्वारा बनाया गया। तो जी 40 सतरां का मंत्र है आनंद, यह गुरु अमरदास जी द्वारा। बहुत ही इंपॉर्टेंट, बहुत ही ज़्यादा इंपॉर्टेंट है कि आनंद कारज नूं कानूनी मान्यता कदों मिली? 1909 ਦੇ ਵਿੱਚ पास होए आनंद विआह एक्ट ने इस विआह रस्म नूं, जो कि संपूर्ण सिख जगत विच पाई जाती है, नूं कानूनी मान्यता दे दी 1909 ਦੇ ਵਿੱਚ। उन्होंने पर्दा प्रथा का अंत किया। तो इस तो बाद जी मेन इंपॉर्टेंट चीज़ है कि उन्होंने अपने जवाई भाई जेठा जी नूं अपना उत्तराधिकारी चुनिया। अपने जवाई भाई जेठा जी नूं इस विच गल की गई है किवें गुरु अमरदास जी ने रामदास जी नूं अपना उत्तराधिकारी चुनिया सी। मतलब कई बार आपने जेठा जी नाम से गुरु रामदास जी का, कई बार इम्तिहान लिया, पर हर बार जेठा जी का कद उन्हों की नज़रों में उच्चा ही उठता गया। भली भांति जानते सन गुरु अमरदास जी, चंगी तरह जानते सन कि उन्होंने सारे चेलियां विचों गुरु नानक देव जी सिक्ख्यावां का सब तो वध ज्ञान जेठा जी नूं ही सी। उन्होंने इस आधार पर गुरु जी नूं अपना उत्तराधिकारी थापिया। उन्होंने अपनी सोच ते जिम्मेवारी जेठा जी नूं सौंपी, जिन्होंने गुरु रामदास जी का नाम दिता गया। मतलब गुरु अमरदास जी ने अपने पुत्रां दी थां अपने जवाई गुरु रामदास जी नूं अपना उत्तराधिकारी चुनिया। उस तो इलावा गुरु जी ने वह जमीन जो उन्होंने पत्नी नूं बादशाह अकबर वालों दी गई सी, एक तलाब बनवाया। जदों वह गुरु बने तो वह गोइंदवाल साहिब तो इस तलाब के नेड़े आके रहन लगे अते इत्थे ही एक शहर वसाया। यह शहर जो बाद में सिख धर्म की धार्मिक राजधानी के रूप में उभरिया, नूं गुरु का चक कहा जान लगा। फिर इसका नाम रामदासपुर, रामदास जी का शहर, अते बाद विच अमृतसर, अमृत दा दरिया पिया। रामदासपुर, रामदासपुर या अमृतसर। तो उही गल की जा रही है कि इस पैरे दे विच गुरु रामदास जी की गल की गई है कि गुरु रामदास जी ने गोइंदवाल के नेड़े आके रहन लग पे, उत्थे एक शहर वसाया जिसनूं गुरु का चक कहा जान लगा, जिसका नाम रामदासपुर पै गया, फिर अमृतसर पै गया। सिख संगत नूं जोड़न लई गुरु अमरदास जी ने देश के ਵੱਖ-ਵੱਖ भागों में मंजियां की स्थापना की। बहुत इंपॉर्टेंट है कि मंजियां की स्थापना श्री गुरु अमरदास जी ने की सी। गुरु नानक देव जी के संदेश नूं मानवता तक पहुँचाने लई आपने मसंद नियुक्त किए। हुण मसंद किसने नियुक्त किए? श्री गुरु अमरदास जी ने। उन्हां दा काम सिक्ख्या का प्रचार ते श्रद्धालुआं तो भेटां इकट्ठियां करना सी। उन्हां दे सेवकां विचों सब तो विशेष सेवक भाई गुरदास सन। गुरु साहिब ने गुरु नानक देव जी के संदेश के प्रचार लई उन्हां नूं आगरा भी भेजिया। एक बार गुरु रामदास जी नूं गुरु नानक देव जी के जेठे पुत्र बाबा श्री चंद जी मिलन आए। इस विच थोड़ा मतलब अमरदास जी दे विच थोड़ा रामदास दा पैरा जी का पैरा मिक्स किया होया है कि रामदास जी नूं एक बार जिहड़े बाबा श्री चंद गुरु नानक देव जी के पुत्र सन वो मिलन आए, भावें गुरु अंगद देव जी अते गुरु अमरदास जी नूं मिलन ना गए। सैकेंड गुरु तो थर्ड गुरु नूं मिलन नहीं गए, फोर्थ गुरु नूं मिलन चल गए। उन्होंने दिल में गुरु रामदास जी नूं मिलण दी प्रबल तांग सी अते वह गुरु साहिब नूं मिलन आए। गुरु साहिब नाल गलबात दौरान उन्होंने कहा कि गुरु जी की दाढ़ी काफ़ी लंबी है।
ਗੁਰੂ ਜੀ ਨੇ ਉੱਤਰ ਦਿੱਤਾ, ਜੀ ਹਾਂ, ਇਹ ਲੰਮੀ ਦਾੜੀ ਤੁਹਾਡੇ ਵਰਗੇ ਸੰਤਾਂ ਦੀ ਚਰਨ ਧੂੜ ਸਾਫ਼ ਕਰਨ ਲਈ ਹੈ। ਬਾਬਾ ਸ਼੍ਰੀ ਚੰਦ ਆਪ ਦੀ ਨਿਮਰਤਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਜਿਹੜੀ ਪਿਤਾ ਦੇ ਉੱਤਰਾਧਿਕਾਰੀ ਜਿਹੜੇ ਵੀ ਬਣ ਰਹੇ ਹਨ ਉਹ ਬਹੁਤ ਜ਼ਿਆਦਾ ਸਹੀ ਹਨ। ਇਹ ਗੱਲ ਉਹਨਾਂ ਨੇ ਮੰਨ ਲਈ। ਤੇ ਇਸ ਪੈਰਾਗ੍ਰਾਫ ਦੇ ਵਿੱਚ ਆਹੀ ਦੱਸਿਆ ਗਿਆ ਕਿ ਬਾਬਾ ਸ਼੍ਰੀ ਚੰਦ ਜੀ ਆਪ ਤੋਂ ਗੁਰੂ ਰਾਮਦਾਸ ਜੀ ਤੋਂ ਕਾਫੀ ਪ੍ਰਭਾਵਿਤ ਹੋਏ। ਲਾਵਾਂ ਗੁਰੂ ਰਾਮਦਾਸ ਜੀ ਦੁਆਰਾ ਰਚੀਆਂ ਗਈਆਂ ਸਨ। 4 ਵਾਕਾਂ ਦਾ ਸਮੂਹ ਹੈ। ਲਾਵਾਂ ਸਾਨੂੰ ਪਤਾ ਹੀ ਹੈ ਕਿ ਸਿੱਖਾਂ ਵਿੱਚ ਜਦੋਂ ਜੋੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਲੇ ਦੁਆਲੇ ਚੱਕਰ ਕੱਟਦਾ ਹੈ ਤਾਂ ਲਾਵਾਂ ਦਾ ਉਚਾਰਨ ਕੀਤਾ ਜਾਂਦਾ ਹੈ। ਮੰਤਰ ਦੇ 4 ਭਾਗ ਹਨ। ਮਨੁੱਖੀ ਜੀਵਨ ਸੋਚ ਦੀਆਂ 4 ਅਵਸਥਾਵਾਂ ਨੂੰ ਦਰਸਾਉਂਦੇ ਹਨ। ਪਹਿਲਾ ਚੱਕਰ ਗ੍ਰਹਿਸਥ ਜੀਵਨ ਵਿੱਚ ਆਉਣ ਲਈ ਰੱਬੀ ਰਹਿਮਤ ਦੀ ਮੰਗ ਨੂੰ। ਦੂਜਾ ਚੱਕਰ ਬਿਆਨ ਕਰਦਾ ਹੈ ਕਿ ਦੋਹਾਂ ਦਾ ਮਿਲਨ ਰੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਤੀਜੇ ਗੇੜ ਵਿੱਚ ਜੋੜੇ ਨੂੰ ਉਪਦੇਸ਼ ਹੁੰਦਾ ਹੈ ਕਿ ਉਹ ਬਹੁਤ ਹੀ ਖੁਸ਼ਕਿਸਮਤ ਹਨ। ਤੇ ਚੌਥੇ ਦੇ ਵਿੱਚ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ। ਪਤਨੀ ਮਨਸਾ ਦੇਵੀ, ਸ਼੍ਰੀ ਗੁਰੂ ਅਮਰਦਾਸ ਜੀ ਦੀ ਗੱਲ ਕਰ ਰਹੇ ਹਾਂ ਆਪਾਂ। ਸਪੁੱਤਰ ਮੋਹਰੀ ਮੋਹਨ, ਸਪੁੱਤਰੀ ਦਾਨੀ ਅਤੇ ਭਾਨੀ। ਗੁਰੂ ਗੱਦੀ 1552 ਤੋਂ 1574 ਈਸਵੀ ਤੱਕ ਆਪ ਦੇ ਪਾਸ ਰਹੀ। ਸ਼ੁਰੂ ਕੀਤੀ ਆਪ ਜੀ ਨੇ ਮੰਜੀ ਪ੍ਰਥਾ। ਰਚਨਾ ਆਨੰਦ ਸਾਹਿਬ। ਆਪ ਜੀ ਨੇ ਸ਼ਹਿਰ ਵਸਾਇਆ ਗੋਇੰਦਵਾਲ। ਪ੍ਰਚਾਰ ਕੀਤਾ ਬਾਉਲੀ ਸਾਹਿਬ ਦਾ। ਪ੍ਰਚਾਰ ਕੀਤਾ ਸੰਗਤ ਤੋਂ ਪਹਿਲਾਂ ਪੰਗਤ ਦਾ। ਨਿਰਮਾਣ ਕੀਤਾ ਬਾਉਲੀ ਸਾਹਿਬ ਦਾ। ਉਸ ਆਪ ਜੀ ਦੇ ਸਮੇਂ ਦੇ ਮੁਗਲ ਬਾਦਸ਼ਾਹ ਸਨ ਗੁਰੂ ਅਕਬਰ ਜੀ। ਉੱਤਰਾਧਿਕਾਰੀ ਭਾਈ ਜੇਠਾ ਜੀ, ਗੁਰੂ ਰਾਮਦਾਸ ਜੀ। ਤੇ ਜੋਤੀ ਜੋਤ ਆਪ ਸਮਾਏ ਗੁਰੂ ਗੋਇੰਦਵਾਲ ਵਿਖੇ। ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਬਾਰੇ ਥੋੜ੍ਹਾ ਜਿਹਾ ਆਪਾਂ ਪੜ੍ਹ ਹੀ ਚੁੱਕੇ ਹਾਂ ਕਿ ਇਹਨਾਂ ਨੂੰ ਭਾਈ ਜੇਠਾ ਵੀ ਕਿਹਾ ਜਾਂਦਾ ਸੀ। ਇਹ ਗੁਰੂ ਅਮਰਦਾਸ ਜੀ ਦੇ ਜਵਾਈ ਸਨ। ਤੇ 1534 ਈਸਵੀ ਨੂੰ ਆਪ ਜੀ ਦਾ ਜਨਮ ਹੋਇਆ। ਚੂਨਾ ਮੰਡੀ ਲਾਹੌਰ ਵਿੱਚ ਰਹਿਣ ਵਾਲੇ ਸੋਢੀ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਹਰੀ ਦਾਸ ਜੀ, ਮਾਤਾ ਦਾ ਨਾਂ ਦਇਆ ਕੌਰ ਸੀ। ਪਿਤਾ ਦਾ ਨਾਂ ਹਰੀਦਾਸ ਜੀ ਅਤੇ ਮਾਤਾ ਦਾ ਨਾਂ ਦਇਆ ਕੌਰ ਸੀ। ਚੂਨਾ ਮੰਡੀ ਲਾਹੌਰ ਵਿਖੇ ਹਰੀਦਾਸ ਜੀ ਅਤੇ ਮਾਤਾ ਨਾਂ ਦਇਆ ਕੌਰ। ਚੂਨਾ ਮੰਡੀ ਲਾਹੌਰ ਵਿਖੇ ਸਥਿਤ ਗੁਰਦੁਆਰਾ ਜਨਮ ਸਥਾਨ ਆਪ ਦੇ ਜਨਮ ਦਾ ਸਬਲ ਪ੍ਰਤੀਕ ਹੈ। ਤੇ ਹੁਣ ਇਹਨਾਂ ਦੇ ਜੀਵਨ ਦੇ ਬਾਰੇ ਥੋੜ੍ਹਾ ਜਿਹਾ ਪੜ੍ਹ ਰਹੇ ਕਿ 7 ਸਾਲ ਦੀ ਉਮਰ ਦੇ ਵਿੱਚ ਆਪ ਯਤੀਮ ਹੋ ਗਏ ਸਨ। ਆਪ ਦਾ ਪਾਲਣ ਪੋਸ਼ਣ ਆਪ ਦੀ ਦਾਦੀ ਨੇ ਪਿੰਡ ਬਾਸਰਕੇ ਵਿੱਚ ਕੀਤਾ। 12 ਸਾਲ ਦੀ ਉਮਰ ਵਿੱਚ ਇੱਕ ਵਾਰ ਆਪ ਗੁਰੂ ਅਮਰਦਾਸ ਜੀ ਨੂੰ ਮਿਲਣ ਲਈ ਗੋਇੰਦਵਾਲ ਸਾਹਿਬ ਜਾਂਦੇ ਸਿੱਖਾਂ ਦੇ ਜੱਥੇ ਵੀ ਚੱਲ ਪਏ। ਗੁਰੂ ਜੀ ਨੂੰ ਮਿਲਦੇ ਹੀ ਉਹਨਾਂ ਦੇ ਮਨ ਜਿਹੜਾ ਸੀ ਪ੍ਰਸੰਨਤਾ ਤੇ ਸਮਰਪਣ ਨਾਲ ਭਰ ਗਿਆ। ਪਹਿਲੀ ਵਾਰ ਗੋਇੰਦਵਾਲ ਆਉਂਦੇ ਹੀ ਉਹਨਾਂ ਨੇ ਇੱਥੇ ਘਰ ਵਰਗਾ ਮਾਹੌਲ ਲੱਗਾ ਤੇ ਹਮੇਸ਼ਾ ਇੱਥੇ ਰਹਿਣ ਦਾ ਮਨ ਬਣਾ ਲਿਆ। ਗੁਰੂ ਅਮਰਦਾਸ ਜੀ ਨੇ ਉਹਨਾਂ ਵਿੱਚ ਇਮਾਨਦਾਰੀ, ਮਾਨਵਤਾ, ਸੇਵਾ ਦੀ ਪ੍ਰਬਲ ਭਾਵਨਾ ਅਤੇ ਉੱਚ ਚਰਿੱਤਰ ਦੇਖ ਕੇ ਆਪਣੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਉਹਨਾਂ ਦੇ ਨਾਲ ਕਰ ਦਿੱਤਾ। ਉਹਨਾਂ ਦੇ 3 ਪੁੱਤਰ ਪ੍ਰਿਥੀ ਚੰਦ, ਮਹਾਦੇਵ ਅਤੇ ਅਰਜਨ ਦੇਵ ਹੋਏ। ਹੁਣ ਇਹਨਾਂ ਵਿੱਚੋਂ 3rd ਨੰਬਰ ਜਿਹੜੇ ਅਰਜਨ ਦੇਵ ਜੀ ਹਨ ਉਹ ਸਿੱਖਾਂ ਦੇ 5ਵੇਂ ਗੁਰੂ ਬਣਨਗੇ ਅੱਗੇ ਜਾ ਕੇ। ਇੱਕ ਵਾਰ ਗੁਰੂ ਅਮਰਦਾਸ ਜੀ ਨੇ ਆਪ ਨੂੰ ਲਾਹੌਰ ਮੁਗਲ ਬਾਦਸ਼ਾਹ ਅਕਬਰ ਨੂੰ ਮਿਲਣ ਭੇਜਿਆ ਕਿਉਂਕਿ ਮੁਗਲ ਹਕੂਮਤ ਨੇ ਆਪ ਉੱਤੇ ਰਵਾਇਤੀ ਧਾਰਮਿਕ ਅਤੇ ਸਮਾਜ ਰਸਮਾਂ ਦਾ ਵਿਰੋਧ ਕਰਨ ਦਾ ਦੋਸ਼ ਲਗਾਇਆ ਸੀ। ਹੁਣ ਗੁਰੂ ਰਾਮਦਾਸ ਜੀ ਇੱਕ ਉੱਚ ਕੋਟੀ ਦੇ ਕਵੀ ਸਨ। ਉਹਨਾਂ ਨੇ 30 ਰਾਗਾਂ ਵਿੱਚ 638 ਮੰਤਰਾਂ ਦੀ ਰਚਨਾ ਕੀਤੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹਨਾਂ ਵਿੱਚ ਸਭ ਤੋਂ ਮਹੱਤਵਪੂਰਨ ਲਾਵਾਂ ਹਨ। ਉਹਨਾਂ ਨੇ ਇਹ 4 ਸਤਰਾਂ ਵਾਲੇ ਮੰਤਰਾਂ ਦੀ ਰਚਨਾ ਕੀਤੀ ਜਿਸ ਨੂੰ ਸਿੱਖ ਵਿਆਹ ਨੂੰ ਸੰਪੰਨ ਕਰਨ ਵੇਲੇ ਉਚਰਿਆ ਜਾਂਦਾ ਹੈ। ਅੰਮ੍ਰਿਤਸਰ ਤੋਂ ਗੁਰੂ ਸਾਹਿਬ ਗੋਇੰਦਵਾਲ ਚਲੇ ਗਏ ਜਿੱਥੇ 1581 ਈਸਵੀ ਵਿੱਚ ਆਪ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਨੇ ਆਪਣੇ ਛੋਟੇ ਪੁੱਤਰ ਅਰਜੁਨ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ।
ਤੇ ਆਹ ਬਹੁਤ ਇੰਪੋਰਟੈਂਟ ਹੈ ਕਿ ਵਿਆਹ ਤੋਂ ਪਹਿਲਾਂ ਗਾਈਆਂ ਜਾਣ ਵਾਲੀਆਂ ਘੋੜੀਆਂ ਵੀ ਆਪ ਦੀ ਹੀ ਰਚਨਾ ਹਨ। ਮਤਲਬ ਰਾਮਦਾਸ ਜੀ ਕਵੀ ਸਨ ਤੇ ਉਹਨਾਂ ਨੇ ਮੰਤਰਾਂ, ਰਾਗਾਂ ਤੇ ਲਾਵਾਂ ਦੀ ਨੂੰ ਆਰੰਭ ਕੀਤਾ। आपने अपने छोटे पुत्र श्री गुरु अर्जुन देव जी ਨੂੰ अपना उत्तराधिकारी बनाया। जन्म की गल कर लीए, जन्म होया ਸੀ 1534 ਈਸਵੀ ਨੂੰ। माता का नाम दया कौर, पिता का नाम हरिदास। तो आरंभ की आप जी ने मसंत प्रथा आरंभ की सी। आप दे सब तो विशेष चेले सन भाई गुरदास जी। आपने 30 ਵੱਖ-ਵੱਖ ਰਾਗਾਂ ਦੇ ਵਿੱਚ 638 ਮੰਤਰ, ਲਾਵਾਂ ਅਤੇ ਘੋੜੀਆਂ ਦੀ ਰਚਨਾ ਕੀਤੀ। शहर वसाया ਅੰਮ੍ਰਿਤਸਰ, ਰਾਮਦਾਸਪੁਰੀਆ, ਗੁਰੂ ਕਾ ਚੱਕ। ਆਪ ਜੀ ਦੇ ਸਮੇਂ ਦੇ ਮੁਗਲ ਬਾਦਸ਼ਾਹ ਸਨ ਅਕਬਰ ਅਤੇ ਆਪ ਜੀ ਦੇ ਉੱਤਰਾਧਿਕਾਰੀ ਬਣੇ ਗੁਰੂ ਅਰਜੁਨ ਦੇਵ ਜੀ। ਜਨਮ ਮਾਤਾ ਪਿਤਾ ਤੇ ਪਤਨੀ ਬੀਬੀ ਭਾਨੀ ਜੀ ਸਨ। ਉਸ ਤੋਂ ਬਾਅਦ ਜੋਤੀ ਜੋਤ ਸਮਾਉਣਾ ਗੋਇੰਦਵਾਲ ਵਿਖੇ 1584 ਈਸਵੀ ਨੂੰ ਆਪ ਜੋਤੀ ਜੋਤ ਸਮਾ ਗਏ। ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਸਿੱਖਾਂ ਦੇ 5ਵੇਂ ਗੁਰੂ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਬਾਰੇ ਦੇ ਵਿੱਚ। ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਜੋ ਹੈ ਉਹ 1563 ਈਸਵੀ ਵਿੱਚ ਹੋਇਆ ਅਤੇ ਆਪ ਜੀ ਦਾ ਜੀਵਨ ਕਾਲ 1606 ਈਸਵੀ ਤੱਕ ਸੀ। ਸਿੱਖਾਂ ਦੇ ਆਪ 5ਵੇਂ ਗੁਰੂ ਸਨ। ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸ਼ਹਿਰ ਵਿਖੇ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਘਰ ਹੋਇਆ। ਆਪ ਗੁਰੂ ਰਾਮਦਾਸ ਜੀ ਦੇ 3 ਪੁੱਤਰਾਂ ਵਿੱਚ ਸਭ ਤੋਂ ਛੋਟੇ ਸਨ। ਆਪ ਦਾ ਸੁਭਾਅ ਭਗਤੀ ਭਾਵ ਵਾਲਾ ਸੀ ਅਤੇ ਆਪ ਆਪਣੇ ਪਿਤਾ ਜੀ ਦੇ ਪਿਆਰੇ ਸਨ। ਆਪ ਉੱਚ ਕੋਟੀ ਦੇ ਤਰਕ ਗਿਆਨੀ, ਕਵੀ, ਭਗਤ, ਸੰਗਤ ਤੇ ਮਹਾਨ ਗਾਇਕ, ਪ੍ਰਬਲ ਸੰਗਠਕ, ਵਿਗਿਆਨਿਕ ਸਨ। ਪਹਿਲੇ 4 ਗੁਰੂਆਂ ਦਾ ਕੰਮ ਆਰੰਭਿਕ ਪੜਾਅ 'ਤੇ ਸੀ, ਪਰ ਗੁਰੂ ਅਰਜਨ ਦੇਵ ਜੀ ਨੇ ਸਹੀ ਤਰੀਕੇ ਨਾਲ ਕਲਮ ਬੰਦ ਕੀਤਾ। ਆਪ ਜੀ ਦਾ ਵਿਆਹ ਫਿਲੌਰ ਪੰਜਾਬ ਦੇ ਭਾਈ ਕ੍ਰਿਸ਼ਨ ਚੰਦ ਦੀ ਸਪੁੱਤਰੀ ਗੰਗਾ ਦੇ ਨਾਲ ਹੋਇਆ। ਵਿਆਹ ਕਿਹਦੇ ਨਾਲ ਹੋਇਆ? ਗੰਗਾ ਦੇ ਨਾਲ। ਉਹਨਾਂ ਦੇ ਘਰ ਵਿੱਚ ਪੁੱਤਰ ਹਰਗੋਬਿੰਦ ਨੇ ਜਨਮ ਲਿਆ। ਹਰਗੋਬਿੰਦ ਜੀ ਜਿਹੜੇ ਕਿ ਸਿੱਖਾਂ ਦੇ 6ਵੇਂ ਗੁਰੂ ਹਨ। ਪਹਿਲਾ ਕਾਰਜ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤਾ ਉਹ ਸੀ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਨੂੰ ਪੂਰਾ ਕਰਵਾਇਆ। ਸ਼ਹਿਰ ਨੂੰ ਵਿਸਤ੍ਰਿਤ ਕਰਨਾ ਆਰੰਭ ਕੀਤਾ। ਉਹਨਾਂ ਨੇ 1599 ਈਸਵੀ ਵਿੱਚ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਲਈ ਸੂਫੀ ਸੰਤ ਮੀਆਂ ਮੀਰ ਨੂੰ ਸੱਦਾ ਭੇਜਿਆ। ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਆਦਿ ਗ੍ਰੰਥ ਬਖਸ਼ਿਆ, ਜਿਸ ਨੂੰ ਉਸ ਸਮੇਂ ਪੋਥੀ ਸਾਹਿਬ ਕਿਹਾ ਜਾਂਦਾ ਸੀ। ਉਹਨਾਂ ਆਪਣੀ ਪੋਥੀ ਨੂੰ ਗੁਰੂ ਦਾ ਰੂਪ ਦਿੱਤਾ। ਗੁਰੂ ਸਾਹਿਬ ਨੇ ਆਪਣੇ ਚੇਲਿਆਂ ਨੂੰ ਪਹਿਲੇ 4 ਗੁਰੂਆਂ ਦੁਆਰਾ ਰਚਿਤ ਬਾਣੀ ਇਕੱਤਰਿਤ ਕਰਕੇ ਉਹਨਾਂ ਨੂੰ ਭੇਜਣ ਲਈ ਕਿਹਾ। ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਕੋਲ ਗੁਰੂ ਜੀ ਦੀ ਬਾਣੀ ਦੇ 2 ਅੰਕ ਸਨ, ਪਰ ਉਹਨਾਂ ਨੇ ਇਹ ਅੰਕ ਸੰਦੇਸ਼ਵਾਹਕ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਸ਼੍ਰੀ ਗੁਰੂ ਅਰਜਨ ਦੇਵ ਜੀ ਆਪ ਉਹਨਾਂ ਦੇ ਪਾਸ ਗਏ ਅਤੇ ਬਾਬਾ ਮੋਹਨ ਸਿੰਘ ਨੇ ਆਪ ਨੂੰ ਆਪਣੇ ਪਿਤਾ ਦੀ ਬਾਣੀ ਉਹਨਾਂ ਨੂੰ ਸਪੁਰਦ ਕੀਤੀ। ਹਰਿਮੰਦਰ ਸਾਹਿਬ ਜੀ ਦੇ ਬਾਰੇ ਪੜ੍ਹ ਲੈਂਦੇ ਹਾਂ। ਇਹ ਸਿੱਖਾਂ ਦੀ ਉਦਾਰ ਸੋਧ ਨੂੰ ਦਰਸਾਉਂਦਾ ਹੈ। ਇਹਦੇ 4 ਦਰਵਾਜ਼ੇ ਹਨ ਜੋ ਦਰਸਾਉਂਦੇ ਹਨ ਕਿ ਇਹ ਸਾਰਿਆਂ ਲਈ ਖੁੱਲ੍ਹਾ ਹੈ। ਇਹ ਆਲੇ ਦੁਆਲੇ ਦੀ ਜ਼ਮੀਨ ਨਾਲੋਂ ਨੀਵੀਂ ਪੱਧਰ 'ਤੇ ਬਣਾਇਆ ਗਿਆ ਹੈ ਤਾਂ ਕਿ ਇਸ ਵਿੱਚ ਪੂਜਾ ਕਰਨ ਵਾਲੇ ਸਮੇਂ ਕਦਮ ਝੁਕਾਣੇ ਪੈਣ। ਮੰਦਰ ਵਿੱਚ ਗੁਰੂ ਕਾ ਲੰਗਰ ਬਣਾ ਕੇ ਰੱਖਿਆ ਜਾਂਦਾ ਹੈ। ਸਾਰੀਆਂ ਜਾਤਾਂ ਸਾਰੇ ਧਰਮਾਂ ਲਈ ਖੁੱਲ੍ਹਾ ਹੈ ਅਤੇ ਇਸ ਦੀ ਸੇਵਾ ਕਿਹਨੇ ਕਰਵਾਈ ਸੀ? ਕੰਧਾਂ 'ਤੇ ਇਸ ਦੀਆਂ ਕੰਧਾਂ ਨੂੰ ਢੱਕਦੀਆਂ ਹਨ। ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ ਸਦਾ ਕੌਰ ਦੁਆਰਾ ਕਰਵਾਈ ਗਈ ਸੀ। ਆਦਿ ਗ੍ਰੰਥ ਜੋ ਹੈ, ਆਦਿ ਗ੍ਰੰਥ ਦੇ ਵਿੱਚ ਪਹਿਲੇ 4 ਗੁਰੂਆਂ ਦੀ ਬਾਣੀ ਦੇ ਨਾਲ ਨਾਲ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਸੰਕਲਿਤ ਹੈ। ਇਹ ਗ੍ਰੰਥ ਵਿੱਚ ਹਿੰਦੂ ਅਤੇ ਮੁਸਲਮਾਨ ਸੰਤਾਂ ਜਿਵੇਂ ਸ਼ੇਖ ਫਰੀਦ, ਕਬੀਰ ਅਤੇ ਰਵਿਦਾਸ ਜੀ ਦੀ ਬਾਣੀ ਹੈ। ਗੁਰੂ ਜੀ ਨੇ ਇਸ ਵਿੱਚ ਕਾਨ੍ਹਾ, ਸ਼ਾਹ ਹੁਸੈਨ, ਪੀਲੂ ਅਤੇ ਛੱਜੂ ਦੀਆਂ ਰਚਨਾਵਾਂ ਸ਼ਾਮਿਲ ਨਹੀਂ ਕੀਤੀਆਂ ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੇ ਅਨੁਰੂਪ ਨਹੀਂ ਹਨ। ਗੁਰੂ ਜੀ ਨੇ ਇਸ ਬਾਣੀ ਨੂੰ 30 ਰਾਗਾਂ ਵਿੱਚ ਸੰਜੋਇਆ। ਇੰਪੋਰਟੈਂਟ ਕਾਨ੍ਹਾ, ਸ਼ਾਹ ਹੁਸੈਨ, ਪੀਲੂ ਅਤੇ ਛੱਜੂ ਦੀਆਂ ਰਚਨਾਵਾਂ ਸ਼ਾਮਿਲ ਨਹੀਂ ਕੀਤੀਆਂ। ਆਦਿ ਗ੍ਰੰਥ ਦੇ ਵਿੱਚ ਕਿਸ ਦੀਆਂ ਰਚਨਾਵਾਂ ਸ਼ਾਮਿਲ ਹਨ? ਪਹਿਲੇ 4 ਗੁਰੂਆਂ ਦੀਆਂ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੰਕਲਿਤ ਹੈ। ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਕਹੇ ਅਨੁਸਾਰ 1604 ਈਸਵੀ ਵਿੱਚ ਆਦਿ ਗ੍ਰੰਥ ਸੰਪੂਰਨ ਕੀਤਾ। 16 ਅਗਸਤ 1604 ਈਸਵੀ ਨੂੰ ਹਰਿਮੰਦਰ ਸਾਹਿਬ ਦੀ ਨਵੀਂ ਇਮਾਰਤ ਵਿੱਚ ਸਥਾਪਿਤ ਕੀਤਾ ਅਤੇ ਬਾਬਾ ਬੁੱਢਾ ਜੀ ਇਸ ਦੇ ਪਹਿਲੇ ਗ੍ਰੰਥੀ ਬਣੇ।
ਗੁਰੂ ਜੀ ਨੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ। ਸਹੀ ਰੂਪ ਵਿੱਚ ਇਸ ਨੂੰ ਸ਼ਾਂਤੀ ਦਾ ਜ਼ਬੂਰ, ਸੁੱਖਾਂ ਦੀ ਮਣੀ ਵੀ ਕਿਹਾ ਜਾਂਦਾ ਹੈ। ਇਹ ਭਗਤੀ ਕਾਵਿ ਦੀ ਉੱਚ ਕੋਟੀ ਰੂਪ ਹੈ ਸੁਖਮਨੀ ਸਾਹਿਬ। ਕੀ ਤੁਸੀਂ ਜਾਣਦੇ ਹੋ ਜਦੋਂ ਮੁਗਲ ਬਾਦਸ਼ਾਹ ਨੂੰ ਆਖਰੀ ਸ਼ਿਕਾਇਤਾਂ ਕੀਤੀਆਂ ਗਈਆਂ ਕਿ ਪੁਸਤਕ ਆਦਿ ਗ੍ਰੰਥ ਵਿੱਚ ਇਸਲਾਮ ਨੂੰ ਅਪਮਾਨਜਨਕ ਜਤਾਇਆ ਗਿਆ ਹੈ, ਤਾਂ ਉਸਨੇ ਆਪ ਗੋਇੰਦਵਾਲ ਦੇ ਦਰਸ਼ਨ ਕਰਕੇ ਇਸ ਪਵਿੱਤਰ ਪੁਸਤਕ ਵਿੱਚੋਂ ਕੁਝ ਆਇਤਾਂ ਸੁਣੀਆਂ। ਉਹ ਇਸ ਵਿੱਚੋਂ ਆਤਮਿਕ ਗਿਆਨ ਨੂੰ ਸੁਣ ਕੇ ਬਹੁਤ ਖੁਸ਼ ਹੋਏ ਅਤੇ ਪੰਜਾਬ ਵਿਚਲੀ ਜ਼ਮੀਨ ਸੋ ਨੈਕਸਟ ਹੈ ਤਰਨਤਾਰਨ ਸਾਹਿਬ, ਤਰਨਤਾਰਨ ਆਪ ਦੁਆਰਾ ਵਸਾਇਆ ਗਿਆ ਸੀ। ਗੁਰੂ ਜੀ ਨੇ ਵਿਆਸ ਦਰਿਆ ਦੇ ਸੱਜੇ ਕਿਨਾਰੇ ਤੇ ਇਸ ਦੇ ਵਿੱਚ ਗੁਰੂ ਜੀ ਨੇ ਬਿਆਸ ਦਰਿਆ ਦੇ ਸੱਜੇ ਕਿਨਾਰੇ ਤੇ ਉਜੜ ਚੁੱਕੇ ਪਿੰਡ ਰੋਹੇਲਾ ਨੂੰ ਮੁੜ ਵਸਾਇਆ ਅਤੇ ਆਪਣੇ ਪੁੱਤਰ ਦੇ ਨਾਂ ਤੇ ਇਸ ਦਾ ਨਾਂ ਸ਼੍ਰੀ ਹਰਗੋਬਿੰਦਪੁਰ ਰੱਖਿਆ। ਬਾਲ ਹਰਗੋਬਿੰਦ ਦਾ ਜਨਮ 1595 ਈਸਵੀ ਵਿੱਚ ਹੋਇਆ। ਗੁਰੂ ਅਰਜਨ ਦੇਵ ਜੀ ਨੇ ਸੰਤੋਖਸਰ ਅਤੇ ਰਾਮਸਰ ਸਰੋਵਰ ਵਿਖੇ ਪਹਿਲਾਂ ਹੋਏ ਗੁਰੂਆਂ ਵੱਲੋਂ ਆਰੰਭੀ ਉਸਾਰੀ ਮੁਕੰਮਲ ਕਰਵਾਈ। ਗੁਰੂ ਸਾਹਿਬ ਨੇ ਇਹਨਾਂ ਸਥਾਨਾਂ, ਨਗਰਾਂ ਅਤੇ ਮੰਦਰਾਂ ਦੀ ਉਸਾਰੀ ਲਈ ਵੀ ਕਰਨੀ ਪਈ ਉਕਵਾਹੀ ਤੇ ਦਸਵੰਧ ਲਈ ਪ੍ਰੇਰਿਤ ਕੀਤਾ। ਆਪ ਜੀ ਨੇ ਗੁਰੂ ਸਾਹਿਬ ਨੇ ਹੁਣ ਸੱਚੇ ਪਾਤਸ਼ਾਹ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਅਕਬਰ ਦੀ ਮੌਤ ਮਗਰੋਂ ਜਹਾਂਗੀਰ ਨੇ ਗੁਰੂ ਸਾਹਿਬ ਦੇ ਵੱਧਦੇ ਪ੍ਰਭਾਵ ਦਾ ਵਿਰੋਧ ਕੀਤਾ। ਜਹਾਂਗੀਰ ਦੇ ਪੁੱਤਰ ਖੁਸਰਾਓ ਨੇ ਇਸ ਗੱਲ ਪ੍ਰਤੀ ਵਿਦਰੋਹ ਜਤਾਇਆ ਅਤੇ ਲਾਹੌਰ ਨੂੰ ਜਾਂਦਿਆਂ ਰਾਹ ਵਿੱਚ ਉਹ ਗੋਇੰਦਵਾਲ ਵਿਖੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗਿਆ। ਇਹ ਗੱਲ ਤੋਂ ਭੈਭੀਤ ਜਹਾਂਗੀਰ ਨੇ ਗੁਰੂ ਜੀ ਨੂੰ ਬੰਦੀ ਬਣਾ ਲਿਆ। ਉਹਨਾਂ ਨੂੰ ਲਾਹੌਰ ਲਿਜਾਇਆ ਗਿਆ ਅਤੇ ਕਈ ਦਿਨਾਂ ਤੱਕ ਸਰੀਰਕ ਤਸੀਹੇ ਦਿੱਤੇ ਗਏ। ਗੁਰੂ ਜੀ 'ਤੇ ਜ਼ੁਲਮ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਚੰਦੂ ਸ਼ਾਹ ਖਜ਼ਾਨਚੀ, ਜਿਸ ਦੀ ਪੁੱਤਰੀ ਦਾ ਰਿਸ਼ਤਾ ਗੁਰੂ ਸਾਹਿਬ ਨੇ ਆਪਣੇ ਪੁੱਤਰ ਹਰਗੋਬਿੰਦ ਸਿੰਘ ਲਈ ਨਹੀਂ ਸੀ ਕਬੂਲਿਆ। ਗੁਰੂ ਜੀ ਨੂੰ ਉਦੋਂ ਤੱਕ ਤਸੀਹੇ ਦਿੱਤੇ ਗਏ ਜਦੋਂ ਤੱਕ ਕਿ ਉਹ ਨਿਰਬਲ ਨਹੀਂ ਹੋ ਗਏ। ਗੁਰੂ ਜੀ ਨੇ ਆਪਣੇ 11 ਸਾਲ ਦੇ ਪੁੱਤਰ ਹਰਗੋਬਿੰਦ ਨੂੰ ਇਹ ਸੰਦੇਸ਼ ਦਿੱਤਾ ਕਿ ਉਹ ਭਾਈ ਬੁੱਢਾ ਜੀ ਨੂੰ ਕਹਿਣ ਕਿ ਉਹਨਾਂ ਨੂੰ 6ਵਾਂ ਗੁਰੂ ਥਾਪਿਆ ਜਾਵੇ। ਤਸੀਹਿਆਂ ਦੇ ਦੌਰਾਨ ਹੀ ਗੁਰੂ ਸਾਹਿਬ ਜੀ ਨੂੰ ਰਾਵੀ ਦੇ ਪਾਣੀ ਵਿੱਚ ਇਸ਼ਨਾਨ ਕਰਨ ਦੀ ਆਗਿਆ ਦਿੱਤੀ ਗਈ। ਰਾਵੀ ਜੇਲ੍ਹ ਦੇ ਨਾਲੋਂ ਨਾਲ ਵਗਦੀ ਸੀ। ਇਸ ਵਿੱਚ ਠੰਡੇ ਪਾਣੀ ਵਿੱਚ ਡੁਬਕੀ ਲਾਉਣ ਗੁਰੂ ਸਾਹਿਬ ਲਈ ਜਾਨ ਲੇਵਾ ਸਾਬਿਤ ਹੋਈ ਅਤੇ ਸਾਧਨਾ ਵਿੱਚ ਹੀ ਲੀਨ 1606 ਈਸਵੀ ਨੂੰ ਆਪ ਸਰੀਰ ਛੱਡ ਗਏ। ਹੁਣ ਇਹਦੇ 'ਚ ਇੰਪੋਰਟੈਂਟ ਟੇਬਲ ਹੈ। ਜਨਮ ਕਦੋਂ ਹੋਇਆ ਸੀ? 1563 ਈਸਵੀ ਵਿੱਚ। ਮਾਤਾ ਪਿਤਾ, ਮਾਤਾ ਨਾਮ ਬੀਬੀ ਭਾਨੀ, ਪਿਤਾ ਨਾਮ ਗੁਰੂ ਰਾਮਦਾਸ ਜੀ, ਪਤਨੀ ਨਾਮ ਮਾਤਾ ਗੰਗਾ ਜੀ, ਸਪੁੱਤਰ ਗੁਰੂ ਹਰਗੋਬਿੰਦ ਸਿੰਘ ਜੀ। ਗੁਰੂ ਗੱਦੀ ਵਿੱਚ ਰਹੇ 1581 ਤੋਂ 1606